ਜਿਵੇਂ ਜਿਵੇਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਸੂਬੇ ਭਰ ਦੇ ਵਿੱਚ ਜਿਹੜਾ ਹੈ ਕਿ ਸਾਰੀਆਂ ਸਿਆਸੀਆਂ ਪਾਰਟੀਆਂ ਵੱਲੋਂ ਆਪਣੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਜਾ ਰਹੀਆਂ ਨੇ। ਇਸੇ ਹੀ ਕੜੀ ਦੇ ਵਿੱਚ ਜਿਹੜਾ ਹੈ ਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਭਰ ਦੇ ਵਿੱਚ 12 ਹਲਕਾ ਇੰਚਾਰਜ ਲਗਾਏ ਗਏ, ਜਿਨ੍ਹਾਂ ਵਿੱਚੋਂ ਜਿਹੜੇ ਕਿ 8 ਦੇ ਕਰੀਬ ਨਵੇਂ ਚਿਹਰੇ ਸੀਗੇ ਔਰ ਇਹਨਾਂ ਵਿੱਚੋਂ ਇੱਕ ਸੀਗੇ ਜਲੰਧਰ ਕੇਂਦਰੀ ਦੇ ਹਲਕਾ ਨਵਨਿਯੁਕਤ ਹਲਕਾ ਇੰਚਾਰਜ ਚੰਦਨ ਗਰੇਵਾਲ, ਜਿਨ੍ਹਾਂ ਨੂੰ ਹਲਕਾ ਇੰਚਾਰਜ ਐਲਾਨਣ ਤੋਂ ਬਾਅਦ ਜਿਹੜਾ ਹੈ ਕਿ ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਵੱਲੋਂ ਲਗਾਤਾਰ ਜਿਹੜਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਖਿਲਾਫ ਜਿਹੜੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨੀ ਆਪਣੀ ਨਾਰਾਜ਼ਗੀ ਦੇ ਵਿੱਚ ਜਿਹੜਾ ਹੈ ਕਿ ਕਮਲਜੀਤ ਸਿੰਘ ਭਾਟੀਆ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਰਿਲੇਟਡ ਸਾਰੇ ਜਿਹੜੇ WhatsApp ਗਰੁੱਪ ਸੀਗੇ ਉਹ ਲੈਫਟ ਕਰ ਦਿੱਤੇ ਗਏ ਸੀਗੇ, ਛੱਡ ਦਿੱਤੇ ਗਏ ਸੀ। ਤਾਂ ਇਸੀ ਕੜੀ ਦੇ ਵਿੱਚ ਜਿਹੜਾ ਕਿ ਨਾਰਾਜ਼ਗੀ ਦੇ ਵਿੱਚ ਅੱਜ ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿਖੇ ਕਮਲਜੀਤ ਸਿੰਘ ਭਾਟੀਆ ਪ੍ਰੈਸ ਕਾਨਫਰੰਸ ਕਰਨ ਪਹੁੰਚੇ ਨੇ। ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਸਰ, ਨਾਰਾਜ਼ਗੀ ਕਿਉਂ? ਨਾਰਾਜ਼ਗੀ ਹੱਕ ਦੀ ਨਾਰਾਜ਼ਗੀ ਮੇਰੀ ਕਾਰਗੁਜ਼ਾਰੀ ਨੂੰ ਇਗਨੋਰ ਕੀਤਾ ਗਿਆ ਉਹਦੀ ਨਾਰਾਜ਼ਗੀ ਮੇਰੀ ਜਿਹੜੇ ਪਾਰਟੀ ਦੇ ਪ੍ਰਤੀ ਕੁਰਬਾਨੀ ਹੈ। 37 ਸਾਲ ਤੋਂ ਮੇਰੀ ਪਾਰਟੀ ਦੇ ਪ੍ਰਤੀ ਸੇਵਾ ਹੈ। ਸ਼ਹਿਰ ਨਿਵਾਸੀਆਂ ਦਾ ਜੋ ਮੇਰੇ ਤੇ ਬਣਿਆ ਵਿਸ਼ਵਾਸ ਹੈ ਉਹਨਾਂ ਦੇ ਨਾਲ ਬੇਵਿਸ਼ਵਾਸੀ ਹੁੰਦੀ ਹੈ। ਨਾਰਾਜ਼ਗੀ ਹੋਣੀ ਜਾਇਜ਼ ਹੈ। ਜਦੋਂ ਕਿਸੇ ਦਾ ਹੱਕ ਖੋਇਆ ਜਾਏਗਾ, ਖੋ ਕੇ ਦੂਜੇ ਦੀ ਪੋਕਟ ਦੇ ਵਿੱਚ ਪਾਇਆ ਜਾਏਗਾ ਔਰ ਖਾਸ ਤੌਰ ਤੇ ਉਹਦੀ ਪੋਕਟ 'ਚ ਪਾਇਆ ਜਾਏਗਾ ਜਿਹੜਾ ਡਿਜ਼ਰਵ ਨਹੀਂ ਕਰਦਾ, ਤੇ ਨਾਰਾਜ਼ਗੀ ਹੋਣੀ ਲਾਜ਼ਮੀ ਹੈ। ਦੇਖੋ, ਮੈਂ ਹਮੇਸ਼ਾ ਹੀ 5 ਟਨਿਓਰ ਤੋਂ ਮੈਂ ਬਤੌਰ ਕੌਂਸਲ ਸੇਵਾ ਕਰ ਰਿਹਾ। ਇੱਕ ਵਾਰੀ ਬਿਨਾਂ ਮੁਕਾਬਲਾ ਜਿੱਤਿਆ, ਇੱਕ ਵਾਰੀ ਹਾਈਅਰ ਲੀਡ ਤੇ ਜਿੱਤਿਆ, ਜਨਤਾ ਦੀ ਆਵਾਜ਼ ਨਾਲ ਜਿੱਤਿਆ, ਜਨਤਾ ਦੀ ਸੇਵਾ ਕਰਕੇ ਜਿੱਤਿਆ। ਉਸ ਤੋਂ ਬਾਅਦ 2 ਵਾਰੀ ਸ਼ਹਿਰ ਦੇ ਵਿੱਚ ਮੈਂ ਬਤੌਰ ਸੀਨੀਅਰ ਡਿਪਟੀ ਮੇਅਰ ਸੇਵਾ ਕੀਤੀ ਹੈ, ਜਨਤਾ ਦੀ ਸੇਵਾ ਕੀਤੀ, ਜਨਤਾ ਦੀ ਖਾਤਰ ਸੇਵਾ ਕੀਤੀ ਹੈ। ਤੇ ਅੱਜ ਜਦੋਂ ਮੇਰਾ ਹੱਕ ਮੰਗਣ ਦਾ ਟਾਈਮ ਆਇਆ, ਅੱਜ ਜਦੋਂ ਬੀਜੇਪੀ ਨਾਲ ਅਲਾਇੰਸ ਟੁੱਟਣ ਤੋਂ ਬਾਅਦ ਸੈਂਟਰ ਹਲਕਾ ਅਕਾਲੀ ਦਲ ਦੇ ਲੇਖੇ ਆਇਆ, ਇੱਕੋ ਸੀਟ ਜਿਹੜੀ ਹੈ ਜਨਰਲ ਰਹਿ ਗਈ, ਜਿਹੜੀ ਕਿ BSP ਨੂੰ 2 ਵਾਰ ਦੀ ਆਲਰੇਡੀ ਦਿੱਤੀਆਂ, ਵੈਸਟ ਹਲਕਾ ਅੱਗੇ ਰਿਜ਼ਰਵ ਆ ਉੱਥੇ ਦੇਤਾ, ਤੇ ਇੱਕੋ ਸੀਟ ਜਿਹੜੀ ਬਚਦੀ ਹੈ ਉਹ ਵੀ ਚੱਕ ਕੇ ਜਿਹੜੀ ਅਸੀਂ ਆਪਾਂ ਜਨਰਲ ਕੈਟਾਗਰੀ ਦੀ ਬਜਾਏ ਆਮ ਸ਼ਹਿਰੀਆਂ ਨੂੰ ਦੇਣ ਦੀ ਬਜਾਏ ਇੱਕ ਰਿਜ਼ਰਵ ਕੈਟਾਗਰੀ ਨੂੰ ਦੇਤੀ। ਤੇ ਉਹਦੇ ਵਿੱਚ ਰੋਸ ਪਣਪਣਾ ਮੇਰਾ ਬਿਲਕੁਲ ਜਾਇਜ਼ ਆ। ਮੇਰੇ ਸਾਥੀਆਂ ਦਾ ਜਿਨ੍ਹਾਂ ਨੇ ਮੇਰੇ ਨਾਲ ਲਗਾਤਾਰ ਮਿਹਨਤ ਕੀਤੀ ਹੈ, ਖੂਨ ਪਸੀਨਾ ਵਹਾਇਆ, ਉਹਨਾਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਫੇਰਿਆ, ਇਹ ਰੋਸ ਪਣਪਣਾ ਬਿਲਕੁਲ ਜਾਇਜ਼ ਆ। ਦੂਜੀ ਗੱਲ ਹੈ, ਚੰਦਰ ਗਰੇਵਾਲ ਦੇ ਨਾਲ ਮੇਰੀ ਨਿੱਜੀ ਤੌਰ ਤੇ ਕੋਈ ਨਾਰਾਜ਼ਗੀ ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ। ਮੇਰਾ ਭਰਾ ਆ, ਭਰਾ ਰਹੂਗਾ, ਲੇਕਿਨ ਜਿੱਥੇ ਉਹਦਾ ਹੱਕ ਬਣਦਾ ਹੈ, ਜਿੱਥੇ ਉਹ ਡਿਜ਼ਰਵ ਕਰਦਾ ਹੈ, ਜਿੱਥੇ ਕਿਤੇ ਰਿਜ਼ਰਵ ਸੀਟ ਆ ਉਹ ਡਿਮਾਂਡ ਕਰੇ, ਉਹਦਾ ਹੱਕ ਆ, ਉਹਨੂੰ ਪਾਰਟੀ ਦੇ, ਉਹਦਾ ਹੱਕ ਆ। ਲੇਕਿਨ ਇੱਕ ਜਨਰਲ ਸੀਟ ਦੇ ਉੱਤੇ ਰਿਜ਼ਰਵ ਕੈਟਾਗਰੀ ਦਾ ਬੰਦਾ ਲਾਣਾ ਧਰੋਇਆ। ਜਲੰਧਰ ਸ਼ਹਿਰ ਦੀਆਂ 2 ਸੀਟਾਂ ਤਾਂ ਪਹਿਲੇ ਰਿਜ਼ਰਵ ਹੈ, ਇੱਕੋ ਸੀਟ ਬਚਦੀ ਸੀ, ਉਹ ਵੀ ਆਪਾਂ ਰਿਜ਼ਰਵ ਕੈਟਾਗਰੀ ਦੇ ਖਾਤੇ ਪਾਤੀ। ਇਹ ਬਰਦਾਸ਼ਤ ਨਹੀਂ ਹੋਣਾ। ਇੱਕ ਇਹ ਦੇਖਿਆ ਜਾਵੇ ਤੇ ਚੰਦਨ ਗਰੇਵਾਲ ਦੇ ਨਾਲ ਤੁਹਾਡੀ ਨੇੜਤਾ ਵੀ ਬੜੀ ਰਹੀ ਹੈ, ਤੁਸੀਂ ਇਕੱਠੇ ਹੀ ਕਾਫੀ ਨਜ਼ਦੀਕੀਆਂ ਸੀਗੇ, ਤੁਸੀਂ ਉਹਨੂੰ ਆਪਣਾ ਭਰਾ ਵੀ ਕਹਿ ਰਹੇ ਹੋ। ਜੇਕਰ ਜਿਹੜੀ ਹੈ ਕਿ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਉੱਤੇ ਪੂਰਨ ਵਿਚਾਰ ਕਰਕੇ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ, ਚੰਦਨ ਗਰੇਵਾਲ ਹੀ ਜਿਹੜੇ ਕਿ ਉਮੀਦਵਾਰ ਵਜੋਂ ਇੱਥੋਂ ਕੰਟੈਸਟ ਕਰਦੇ ਨੇ, ਤੇ ਕੀ ਤੁਸੀਂ ਬੀਇੰਗ ਏ ਬ੍ਰਦਰ, ਕਿਉਂਕਿ ਤੁਸੀਂ ਕਹਿ ਰਹੇ ਕਿ ਮੇਰੇ ਉਹ ਭਰਾ ਨੇ, ਕਿ ਇੱਕ ਤੁਸੀਂ ਆਪਣੇ ਭਰਾ ਦਾ ਸਾਥ ਦਿਓਗੇ? ਮੈਂ ਬੇਇਨਸਾਫੀ ਕਦੀ ਵੀ ਬਰਦਾਸ਼ਤ ਨਹੀਂ ਕੀਤੀ, ਨਾ ਕਰਾਂਗਾ। ਪਾਰਟੀ ਨੂੰ ਦੁਆਰਾ ਪੁਨਰ ਵਿਚਾਰ ਵਾਸਤੇ ਬੇਨਤੀ ਕੀਤੀ ਹੈ, ਕਰਦਾ ਰਹਾਂਗਾ, ਵਾਚ ਐਂਡ ਵੇਟ ਕਰਾਂਗਾ। ਉਮੀਦ ਕਰਾਂਗਾ ਕਿ ਪਾਰਟੀ ਇਸ ਫੈਸਲੇ ਤੇ ਪੁਨਰ ਵਿਚਾਰ ਕਰੇ, ਪਾਰਟੀ ਇਹ ਜਿਹੜਾ ਮੇਰੇ ਨਾਲ ਧਰੋਹ ਹੋਇਆ ਮੈਨੂੰ ਇਨਸਾਫ ਦੇ, ਪਾਰਟੀ ਸ਼ਹਿਰ ਨਿਵਾਸੀਆਂ ਨੂੰ ਇਨਸਾਫ ਦੇ, ਸੈਂਟਰ ਹਲਕੇ ਦੇ ਲੋਕਾਂ ਨੂੰ ਇਨਸਾਫ ਦੇ, ਇੱਥੇ ਦੀਆਂ ਕਮਿਊਨਿਟੀਜ਼ ਨੂੰ ਇਨਸਾਫ ਦੇ। ਮੈਂ ਇਸ ਗੱਲ ਦੀ ਉਮੀਦ ਲੈ ਕੇ ਚੱਲਾਂਗਾ। ਮੈਂ ਨਿਰਾਸ਼ਾਵਾਦੀ ਨਹੀਂ ਹਾਂ, ਮੈਂ ਆਸ ਨਹੀਂ ਛੱਡਾਂਗਾ। ਲੇਕਿਨ ਜਿਹੜੀ ਅਗਲੀ ਗੱਲ ਹੈ, ਜੇ ਬੱਸ ਨਾ ਮਿਲੀ ਟ੍ਰੇਨ ਲਓਗੇ, ਟ੍ਰੇਨ ਨਾ ਮਿਲੀ ਜਹਾਜ਼ ਲਓਗੇ, ਇਹ ਗੱਲਾਂ ਅੱਜ ਦੀ ਤਰੀਕ ਦੇ ਵਿੱਚ ਮੈਂ ਨਹੀਂ ਕਰਾਂਗਾ। ਕੇਵਲ ਤੇ ਕੇਵਲ ਮੈਂ ਪਾਰਟੀ ਨੂੰ ਪੁਨਰ ਵਿਚਾਰ ਵਾਸਤੇ ਬੇਨਤੀ ਕਰ ਰਿਹਾ। ਕਿਵੇਂ ਤੁਸੀਂ ਨਾਰਾਜ਼ਗੀ ਜਿਹੜੀ ਹੈ ਕਿੱਥੇ ਤੱਕ ਜਾਏਗੀ? ਜੇ ਨਹੀਂ ਹੁੰਦਾ ਫਿਰ ਤੁਸੀਂ ਕਿਵੇਂ ਜਾਓਗੇ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਂ ਹਾਲੇ ਕੋਈ ਡਿਸਾਈਡ ਨਹੀਂ ਕੀਤਾ, ਦੂਜੇ ਪਾਸੇ ਤੁਸੀਂ ਨਾਰਾਜ਼ਗੀ ਜ਼ਾਹਿਰ ਕਰ ਰਹੇ ਹੋ, ਤੀਜੇ ਪਾਸੇ ਤੁਸੀਂ ਜਿਹੜਾ ਹੈ ਕਿ ਪੁਨਰ ਵਿਚਾਰ, ਜੇ ਪੁਨਰ ਵਿਚਾਰ ਤੇ ਵੀ ਕੋਈ ਹੱਲ ਨਹੀਂ ਨਿਕਲਦਾ ਫਿਰ ਤੁਸੀਂ ਕੀ ਕਰੋਗੇ? ਜਿੱਦਾਂ ਤੁਸੀਂ WhatsApp ਗਰੁੱਪ ਲੈਫਟ ਕੀਤੇ ਉੱਦਾਂ ਤੁਸੀਂ ਪਾਰਟੀ ਵੀ ਲੱਗੀ? ਜਿਹੜਾ ਪੁਨਰ ਵਿਚਾਰ ਕਰਨ ਦਾ ਫੈਸਲਾ ਹੈ ਨਾ ਜੀ, ਮੈਂ ਕੀਤਾ, ਮੈਂ ਨਹੀਂ ਕੀਤਾ, ਮੇਰੇ ਸਾਥੀਆਂ ਨੇ ਮੀਟਿੰਗ ਕਰਕੇ ਕੀਤਾ। ਮੈਂ ਅੱਜ ਜਨਤਾ ਦੀ ਕਚਹਿਰੀ 'ਚ ਨਹੀਂ ਗਿਆ, ਅੱਜ ਮੈਂ ਕੋਈ ਆਮ ਜਨਤਾ ਦੇ ਵਿੱਚ ਨਹੀਂ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ। ਅੱਜ ਮੈਂ ਆਪਣੇ ਸਾਥੀਆਂ, ਅੱਜ ਪਾਰਟੀ ਦੇ ਅਹੁਦੇਦਾਰਾਂ, ਅੱਜ ਪਾਰਟੀ ਦੀ ਇਸਤਰੀ ਅਕਾਲੀ ਦਲ ਦੇ ਨਾਲ, ਅੱਜ ਇੱਕ ਕੌਂਸਲਰ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ, ਜਿਹੜੀ ਇਕਲੌਤੀ ਕੌਂਸਲਰ ਹਲਕਾ ਵੈਸਟ ਦੇ ਵਿੱਚ ਜਿੱਤੀ, ਕੋਈ ਵੀ ਅਕਾਲੀ ਦਲ ਦਾ ਨਹੀਂ ਜਿੱਤਿਆ। ਇੱਥੋਂ ਪਾਰਟੀ ਨੂੰ ਮੇਰੀ ਕਾਰਗੁਜ਼ਾਰੀ ਦਾ ਪਤਾ ਲੱਗ ਜਾਣਾ ਚਾਹੀਦਾ। ਮੈਂ ਹਰ ਵਰਗ ਨੂੰ ਸਾਂਝੇ ਤੌਰ ਤੇ ਚੱਲਿਆ, ਹਰ ਪਰਿਵਾਰ ਦੇ ਨਾਲ ਮੇਰਾ ਨਿੱਜੀ ਰਾਬਤਾ ਆ। ਮੈਂ ਹਮੇਸ਼ਾ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਵੀ ਸੇਵਾ ਕੀਤੀ, ਲੋਕਾਂ ਦੇ ਹਿੱਤਾਂ ਦੀ ਖਾਤਰ ਕੀਤੀ ਹੈ। ਰੋਸ ਪਣਪਣਾ ਜਾਇਜ਼ ਹੈ, ਔਰ ਉਸ ਰੋਸ ਨੂੰ ਪਾਰਟੀ ਨੂੰ ਸ਼ਾਂਤ ਕਰਨਾ ਵੀ ਪਾਰਟੀ ਦੀ ਨੈਤਿਕ ਜ਼ਿੰਮੇਵਾਰੀ ਹੈ। ਪਾਰਟੀ ਨੂੰ ਸ਼ਾਂਤ ਕਰਨਾ ਚਾਹੀਦਾ, ਪਾਰਟੀ ਪ੍ਰਧਾਨ ਨੂੰ ਪੁਨਰ ਵਿਚਾਰ ਕਰਨਾ ਚਾਹੀਦਾ।
ਰਹੀ ਗੱਲ ਜੇ ਨਹੀਂ ਹੁੰਦਾ ਜਾਂ ਹੁੰਦਾ, ਇਹ ਅਗਲੀ ਗੱਲ ਆ। ਉਹਦੇ ਬਾਰੇ ਮੈਂ ਆਪਣੇ ਸਾਥੀਆਂ, ਕਿੰਨੀ ਦੇਰ ਦਾ ਸਮਾਂ ਦਿੰਦੇ ਹੋ ਆਪਣੀ ਪਾਰਟੀ? ਮੈਂ ਕੋਈ ਡੇਟ ਬਾਉਂਡਰੀ, ਦੇਖੋ ਪਾਰਟੀ ਦੇ ਵਿੱਚ ਮੈਂ ਪਾਰਟੀ ਨੂੰ ਆਪਣੀ ਜਿਹੜੀ ਅੱਜ ਪ੍ਰੈਸ ਰਾਹੀਂ ਵੀ ਲੀਡਰਾਂ ਰਾਹੀਂ ਵੀ ਆਪਣਾ ਮੈਸੇਜ ਦਿੱਤਾ ਵੀ ਜਲਦੀ ਤੋਂ ਜਲਦੀ ਇਹਦਾ ਫੈਸਲਾ ਕਰੋ, ਤਾਂ ਕਿ ਜਨਤਾ ਦੇ ਵਿੱਚ ਇਹ ਰੋਸ ਹੋਰ ਨਾ ਵਧੇ, ਸ਼ਹਿਰ ਦੇ ਵਿੱਚ ਇਹ ਮਾਹੌਲ ਨਾ ਬਣ ਜੇ ਕਿ ਬਾਕੀ ਸੀਟਾਂ ਦਾ ਵੀ ਨੁਕਸਾਨ ਹੋਏ। ਪਰ ਪਾਰਟੀ ਪ੍ਰਧਾਨ ਵੱਲੋਂ ਤੁਹਾਨੂੰ ਜਿਹੜਾ ਹੈ ਕਿ ਜਲੰਧਰ ਦੇ ਮੇਅਰ ਦੀ ਪੇਸ਼ਕਸ਼ ਕੀਤੀ ਗਈ ਸੀ, ਉਹਨਾਂ ਵੱਲੋਂ ਦਾਅਵਾ ਨਹੀਂ ਕੀਤਾ ਕਿ ਤੁਹਾਨੂੰ ਵਾਅਦਾ ਕੀਤਾ ਸੀ ਕਿ ਜਲੰਧਰ ਦੇ ਮੇਅਰ ਵੱਲੋਂ ਤੁਹਾਨੂੰ ਜਿਹੜਾ ਕਿ ਉਤਾਰਿਆ ਜਾਏਗਾ। ਮੈਂ ਭਾਜੀ ਦੇਖੋ, ਪਾਰਟੀ ਮੈਨੂੰ ਮੇਅਰ ਲਾਏ, ਪਾਰਟੀ ਮੈਨੂੰ ਚੇਅਰਮੈਨ ਲਾਏ, ਪਾਰਟੀ ਮੈਨੂੰ ਕੀ ਲਾਏ, ਲੇਕਿਨ ਮੈਂ ਸੈਂਟਰ ਹਲਕੇ ਦੇ ਵਿੱਚ ਸੇਵਾ ਕੀਤੀ ਹੈ। ਮੈਂ ਸੈਂਟਰ ਹਲਕੇ ਦੇ ਵਿੱਚ ਲੋਕਾਂ ਦੀ ਸੇਵਾ ਕਰਨੀ ਹੈ। ਲੋਕਾਂ ਦਾ ਮੈਨੂੰ ਆਸ਼ੀਰਵਾਦ ਆ। ਲੋਕਾਂ ਬਹੁਤ ਸਾਰੀਆਂ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, NGOs, ਸ਼ੌਪਕੀਪਰ ਐਸੋਸੀਏਸ਼ਨਾਂ, ਵੈਲਫੇਅਰ ਸੋਸਾਇਟੀਆਂ, ਸਾਰਿਆਂ ਦਾ ਮੈਨੂੰ ਸਮਰਥਨ ਆ। ਹਿੰਦੂ ਵਰਗ ਦਾ ਬੜਾ ਵੱਡਾ ਸਮਰਥਨ ਹੈ, ਮੰਦਰ ਕਮੇਟੀਆਂ ਦਾ ਸਮਰਥਨ ਹੈ। ਉਹ ਲੋਕ ਅੱਜ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਲੁਕ ਛਿਪ ਕੇ ਨਹੀਂ ਆਏ, ਅੱਜ ਪਾਰਟੀ ਪਲੇਟਫਾਰਮ ਤੋਂ ਉੱਤੇ ਉੱਠ ਕੇ ਮੇਰੇ ਨਾਲ ਆਏ ਨੇ। ਮੈਂ ਅਜੇ ਜਨਤਾ ਦੀ ਕਚਹਿਰੀ 'ਚ ਨਹੀਂ ਗਿਆ। ਮੈਂ ਕੇਵਲ ਤੇ ਕੇਵਲ ਆਪਣੇ ਸਾਥੀਆਂ, ਪਾਰਟੀ ਦੇ ਅਹੁਦੇਦਾਰਾਂ ਔਰ ਇਸਤਰੀ ਅਕਾਲੀ ਦਲ ਦੇ ਅਹੁਦੇਦਾਰਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ। ਹਜੇ ਮੈਂ ਜਨਤਾ ਦੀ ਕਚਹਿਰੀ 'ਚ ਨਹੀਂ ਗਿਆ, ਉਹਦੀ ਮੈਂ ਵੇਟ ਕਰਾਂਗਾ। ਬੀਤੀ ਦੇਰ ਸ਼ਾਮ ਜਦੋਂ ਤੋਂ ਚੰਦਨ ਗਰੇਵਾਲ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਕੇਂਦਰੀ ਹਲਕੇ ਦਾ ਹਲਕਾ ਇੰਚਾਰਜ ਅਤੇ ਉਮੀਦਵਾਰ ਐਲਾਨਿਆ, ਉਸ ਤੋਂ ਬਾਅਦ ਜਿਹੜਾ ਹੈ ਕਿ ਜਲੰਧਰ ਕੇਂਦਰੀ ਹਲਕੇ ਦੇ ਸੀਨੀਅਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਔਰ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਆਪਣੇ ਸਾਥੀਆਂ ਸਮੇਤ ਲਗਾਤਾਰ ਨਾਰਾਜ਼ ਚੱਲ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ WhatsApp ਗਰੁੱਪ ਨੇ ਉਹ ਵੀ ਲੈਫਟ ਕਰ ਦਿੱਤੇ ਗਏ ਨੇ। ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਨਾਰਾਜ਼ਗੀ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜਾ ਕਿ ਅਸੀਂ ਅੱਜ ਪਹੁੰਚੇ ਹਾਂ ਹੁਣ ਚੰਦਨ ਗਰੇਵਾਲ ਜੀ ਕੋਲ, ਅਸੀਂ ਉਹਨਾਂ ਕੋਲ ਜਾਣਾਂਗੇ ਕਿ ਜਿਹੜੀ ਨਾਰਾਜ਼ਗੀ ਹੈ ਸਭ ਤੋਂ ਪਹਿਲਾਂ ਕਿਵੇਂ ਦੂਰ ਕਰਨਗੇ। ਸਰ, ਇਹ ਸਭ ਤੋਂ ਪਹਿਲਾਂ ਜਿਹੜੀ ਨਾਰਾਜ਼ਗੀ ਜਿਹੜੀ ਬੀਤੀ ਦੇਰ ਸ਼ਾਮ ਤੋਂ ਦੇਖਣ ਨੂੰ ਮਿਲ ਰਹੀ ਹੈ, ਕਮਲਜੀਤ ਸਿੰਘ ਭਾਟੀਆ ਜੀ ਵੱਲੋਂ ਲੈਫਟ ਵੀ ਕੀਤੇ, ਉਹਨਾਂ ਨਾਲ ਜਿਹੜੇ ਕਿ ਵੱਡੀ ਤਾਦਾਦ ਦੇ ਵਿੱਚ 40 ਦੇ ਕਰੀਬ ਜਿਹੜੇ ਉਹਨਾਂ ਨਾਲ ਜਿਹੜੇ ਕੇਂਦਰੀ ਹਲਕੇ ਦੇ ਜਿਹੜੇ ਕੁਝ ਸੀਨੀਅਰ ਆਗੂ ਵੀ ਨੇ, ਬਲਾਕ ਲੈਵਲ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ, ਉਹ ਵੀ ਅਸਤੀਫਾ ਤੱਕ ਉੱਥੇ ਉਹਨਾਂ ਕੋਲ ਰੱਖ ਚੁੱਕੇ ਨੇ। ਤੁਸੀਂ ਇਹ ਚੀਜ਼ ਜਿਹੜੀ ਸਭ ਤੋਂ ਪਹਿਲਾਂ ਕਿਵੇਂ ਮੈਨੇਜ ਕਰੋਗੇ, ਕਿਵੇਂ ਜਿਹੜੇ ਰੋਸੇ ਹੋਏ ਨੇ ਉਹਨੂੰ ਕਿਵੇਂ ਮਨਾਓਗੇ, ਪਹਿਲਾਂ ਉਹ ਦੱਸ। ਮਨਾਉਣਾ ਕੀ ਹੈ, ਬਣਾਉਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ, ਪਿਆਰ। ਮੈਂ ਸਮਝਦਾ ਪਿਆਰ ਦੇ ਨਾਲ ਵੱਡੀਆਂ ਵੱਡੀਆਂ ਜਿਹੜੀਆਂ ਚੀਜ਼ਾਂ ਆਪਾਂ ਅਚੀਵ ਕਰ ਸਕਦੇ ਹਾਂ। ਤਾਂ ਮੇਰੀ ਰਾਤੀ ਵੀ ਉਹਨਾਂ ਦੇ ਨਾਲ ਗੱਲ ਹੋਈ ਆ ਔਰ ਬਹੁਤ ਵਧੀਆ ਮਾਹੌਲ 'ਚ ਗੱਲ ਹੋਈ ਆ। ਮੈਨੂੰ ਉਹਨਾਂ ਨੇ ਮੁਬਾਰਕਬਾਦ ਵੀ ਦਿੱਤੀ ਆ। ਬਾਕੀ ਜਿਹੜੇ ਆ ਰੋਸ ਦੀ ਗੱਲ, ਰੋਸ਼ ਉਹਨਾਂ ਦਾ ਮਤਲਬ ਸਾਡੇ ਹਾਈ ਕਮਾਨ ਸਾਹਿਬ ਨਾਲ ਆਇਆ, ਤਾਂ ਹਾਈ ਕਮਾਨ ਨੇ ਆਪੇ ਹੀ ਬਹੁਤ, ਮੈਂ ਸਮਝਦਾ ਕਿ ਸੂਝਵਾਨ ਨੇ, ਉਹਨਾਂ ਨੇ ਆਪੇ ਨਿਬੇੜ ਦੇਣੀ ਬਹੁਤ ਵਧੀਆ। ਔਰ ਮੇਰੀ ਤੱਕ ਜਿੱਥੋਂ ਤੱਕ ਮੇਰੀ ਹੈ, ਮੈਂ ਤਾਂ ਪਰਸਨਲੀ ਵੀ ਜਾ ਕੇ ਰਿਕੁਐਸਟ ਕਰਕੇ ਉਹਨਾਂ ਨੂੰ ਮਨਾਊਂਗਾ। ਉਹਨਾਂ ਦਾ ਇੱਕ ਇਹ ਕਹਿਣਾ ਹੈ ਕਿ ਇਹ ਜਨਰਲ ਸੀਟ ਸੀ, ਚੰਦਨ ਗਰੇਵਾਲ ਜੀ ਨੂੰ ਪਾਰਟੀ ਕਿਸੇ ਰਿਜ਼ਰਵ ਸੀਟ ਦੇ ਉੱਤੋਂ ਉਮੀਦਵਾਰ ਐਲਾਨ ਦਿੰਦੇ। ਇਹ ਇੱਥੇ ਜਿਹੜਾ ਹੈ ਕਿ ਮੇਰੇ ਦਾਅਵੇਦਾਰੀ ਸੀ, ਮੇਰਾ ਹੱਕ ਬਣਦਾ ਸੀ, ਮੈਂ ਪਿਛਲੇ ਬੜੇ ਲੰਬੇ ਸਮੇਂ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ। ਜੇਕਰ ਉਹ ਰਿਜ਼ਰਵ ਸੀਟ ਜਾ ਕੇ ਲੜਦੇ ਤਾਂ ਮੈਂ ਉਹਨਾਂ ਨੂੰ ਆਪਣਾ ਪੂਰਾ ਸਾਥ ਵੀ ਦਿੰਦਾ। ਇੱਕ ਪਾਸੇ ਤੁਹਾਨੂੰ ਆਪਣਾ ਭਰਾ ਵੀ ਕਹਿ ਰਹੇ ਨੇ, ਦੂਜੇ ਪਾਸੇ ਜਿਹੜੇ ਕਿ ਤੁਹਾਡੇ ਨਾਲ ਜਿਹੜਾ ਹੈ ਕਿ ਆਪਣਾ ਸਾਥ ਛੱਡ ਵੀ ਰਹੇ ਨੇ। ਤੁਸੀਂ ਇਸ ਲਈ ਕਿੱਦਾਂ ਦੇਖ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ, ਉਹ ਸਾਥ ਬਿਲਕੁਲ ਨਹੀਂ ਛੱਡਣਗੇ। ਕਮਲਜੀਤ ਭਾਟੀਆ ਮੇਰਾ ਭਰਾ ਆ ਔਰ ਮੈਨੂੰ ਪੂਰਨ ਤੌਰ ਤੇ ਆਸ ਆ, 200% ਮੈਨੂੰ ਆਸ ਹੈ ਵੀ ਮੇਰੇ ਨਾਲ ਚੱਲਣਗੇ। ਬਾਕੀ ਇਹ ਗੱਲ ਪਾਰਟੀ ਹਾਈ ਕਮਾਨ ਨੇ ਦੇਖਣੀ ਹੁੰਦੀ ਆ ਵੀ ਕਿਹਨੂੰ ਕਿੱਥੋਂ ਅਸੀਂ ਫਾਈਟ ਕਰਵਾਉਣਾ ਹੈਗਾ। ਇਦਾਂ ਦਾ ਕੋਈ ਮਸਲਾ ਨਹੀਂ ਹੈ। ਪਹਿਲੀ ਤਾਂ ਗੱਲ, ਮੈਂ ਜਾਤ ਧਰਮ ਮਜ਼ਹਬਾਂ ਨੂੰ ਮੰਨਦਾ ਹੀ ਨਹੀਂ, ਠੀਕ ਹੈ ਨਾ। ਔਰ ਇਹ ਜਿਹੜੀ ਗੱਲ ਹੈਗੀ ਵੀ ਇਹ ਰਿਜ਼ਰਵ ਆ ਜਾਂ ਇਹ ਜਨਰਲ ਆ, ਕੋਈ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਕਿਸੇ ਦੇ ਵੀ ਮਨ 'ਚ ਨਹੀਂ ਆਉਣੀ ਚਾਹੀਦੀ। ਜਿਹੜਾ ਬੈਸਟ ਹੈਗਾ ਉਹਨੂੰ ਮੌਕਾ ਮਿਲਣਾ ਚਾਹੀਦਾ। ਮੈਂ ਇਹ ਨਹੀਂ ਕਹਿ ਰਿਹਾ ਵੀ ਮੈਨੂੰ ਮੌਕਾ ਮਿਲਿਆ ਤਾਂ ਮੈਂ ਬੈਸਟ ਹਾਂ। ਬੈਸਟ ਉਦੋਂ ਬੰਦਾ ਸ਼ੋਅ ਹੁੰਦਾ ਜਦੋਂ ਉਹਦੀ ਪਰਫਾਰਮੈਂਸ ਲੋਕ ਦੇਖ ਲੈਂਦੇ ਆ। ਤਾਂ ਕਮਲਜੀਤ ਭਾਟੀਆ ਜੀ ਨੇ ਵੈਸਟ ਹਲਕੇ ਦੇ ਵਿੱਚ ਬਹੁਤ ਸਾਰਾ ਪਿਆਰ ਵੀ ਕਮਾਇਆ, ਉਹਨਾਂ ਨੇ ਕੰਮ ਵੀ ਕੀਤਾ, ਖੂਬ ਮਿਹਨਤ ਕੀਤੀ ਹੈ। ਪਰ ਸੈਂਟਰ ਹਲਕੇ ਤੋਂ ਮਤਲਬ ਚਲੋ ਇਹ ਤਾਂ ਹੁੰਦਾ ਹੀ ਸਾਰਾ, ਸਾਡੀ ਹਰੇਕ ਕੌਂਸਟੀਚੁਐਂਸੀ ਦੇ ਵਿੱਚ ਪਿਆਰ ਬਣਿਆ ਹੋਇਆ ਹੁੰਦਾ। ਤੇ ਉਹਨਾਂ ਦਾ ਜਿਹੜਾ ਰੋਸ਼ ਆ ਉਹ ਪਾਰਟੀ ਪੱਧਰ ਦੇ ਆ, ਮੇਰੇ ਨਾਲ ਉਹਨਾਂ ਦਾ ਕੋਈ ਰੋਸ਼ ਨਹੀਂ ਹੈ। ਔਰ ਮੈਨੂੰ ਪੂਰਨ ਤੌਰ ਤੇ ਆਸ ਆ ਉਹ ਮੇਰੇ ਨਾਲ ਚੱਲਣਗੇ ਔਰ ਪਾਰਟੀ ਹਾਈ ਕਮਾਨ ਵੀ ਬਹੁਤ ਜਲਦ ਇਹਦਾ ਜਿਹੜਾ ਨਿਤਾਰਾ ਕਰ ਦੇਗੀ। ਤੁਸੀਂ ਉਹਨਾਂ ਨਾਲ ਰਾਬਤਾ ਕਰੋਗੇ, ਉਹਨਾਂ ਕੋਲ ਜਾਓਗੇ, ਉਹਨਾਂ ਨੂੰ ਮਨਾਓਗੇ? ਕਿਉਂ ਨਹੀਂ ਜਾਊਂਗਾ, ਇਹ ਮੇਰੀ ਮੋਰਲ ਡਿਊਟੀ ਆ। ਮੈਂ ਤਾਂ ਹਰੇਕ ਕੋਲ ਜਾਊਂਗਾ। ਔਰ ਇਹ ਇਕੱਲਾ ਇਸ ਕਰਕੇ ਨਹੀਂ, ਕਿਉਂਕਿ ਸਾਡਾ ਇੱਕ ਮਤਲਬ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੀ ਅਸੀਂ ਸਰਕਾਰ ਲੈ ਕੇ ਆਉਣੀ ਆ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਨੂੰ ਅਸੀਂ ਮੁੱਖ ਮੰਤਰੀ ਦੇ ਤੌਰ ਤੇ ਆਪਾਂ ਸਾਰੇ ਦੇਖਣਾ ਚਾਹੁੰਦੇ ਹਾਂ। ਤਾਂ ਉਹਨਾਂ ਦੇ ਲਈ ਮੈਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਮੈਂ ਜਾਊਂਗਾ ਔਰ ਕਿਸੇ ਦੀ ਵੀ ਰਿਕੁਐਸਟ ਕਰਨੀ ਪਵੇ ਉਹ ਅਸੀਂ ਕਰਨੀ ਹੈ। ਜਲੰਧਰ ਕੇਂਦਰੀ ਹਲਕੇ ਦੇ ਵਿੱਚ ਤੁਸੀਂ ਆਪਣੀ ਮਜ਼ਬੂਤੀ ਕਿਸ ਤਰ੍ਹਾਂ ਬਣਾਓਗੇ? ਹਰ ਇੱਕ ਜਿਹੜਾ ਵਰਗ ਹੈ ਇਸ ਜਲੰਧਰ ਕੇਂਦਰੀ ਦੇ ਵਿੱਚ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਹੈ, ਹਰ ਇੱਕ ਵਰਗ ਤੱਕ ਤੁਸੀਂ ਕਿਸ ਤਰ੍ਹਾਂ ਪਹੁੰਚ ਕਰੋਗੇ ਔਰ ਗਰਾਊਂਡ ਲੈਵਲ ਤੇ ਮਜ਼ਬੂਤੀ ਕਿਸ ਤਰ੍ਹਾਂ ਲੈ ਕੇ ਆਓਗੇ? ਸਭ ਤੋਂ ਪਹਿਲਾਂ ਤਾਂ ਜਿਹੜੀ ਮਜ਼ਬੂਤੀ ਆ ਸਾਡੀ ਪਾਰਟੀ ਦੀ ਆਪਣੀ ਮਜ਼ਬੂਤੀ ਆ, ਉਹਦਾ ਆਪਣਾ ਆਧਾਰ ਆ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤੁਸੀਂ ਦੇਖ ਲਓ। ਉਹਨਾਂ ਨੇ ਹਮੇਸ਼ਾ ਹਰੇਕ ਵਰਗ ਨੂੰ, ਹਰੇਕ ਸੈਕਸ਼ਨ ਨੂੰ ਨਾਲ ਲੈ ਕੇ ਤੁਰੇ ਹੈਗੇ ਔਰ ਹਰੇਕ ਧਰਮ ਦੇ ਲਈ, ਹਰੇਕ ਮਜ਼ਹਬ ਦੇ ਲਈ ਉਹਨਾਂ ਨੇ
ਕੰਮ ਕੀਤਾ ਔਰ ਇੰਪਲੋਇਮੈਂਟ ਦੇ ਖੇਤਰ ਦੇ ਵਿੱਚ ਵੀ ਮੇਰੇ ਖਿਆਲ ਜਿੰਨੀ ਇੰਪਲੋਇਮੈਂਟ ਤੁਸੀਂ ਆ ਪਿਛਲੇ 10 ਸਾਲਾਂ 'ਚ ਦੇਖੀ ਆ 4.5 ਸਾਲਾਂ 'ਚ ਮੈਨੂੰ ਦਿਖਾ ਦਿਓ ਵੀ ਕਿੰਨੀ ਕੁ ਇੰਪਲੋਇਮੈਂਟ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੀਤੀ ਹੈ। ਤੋ ਕੋਈ ਵੀ ਖੇਤਰ ਹੋਵੇ ਸਭ ਤੋਂ ਪਹਿਲਾਂ ਤਾਂ ਮਜ਼ਬੂਤੀ ਇਸੇ ਹੀ ਗੱਲ ਦੀ ਆ ਵੀ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਰਕੇ ਦਿਖਾਇਆ ਔਰ ਜੋ ਹੁਣ ਵੀ ਉਹਨਾਂ ਨੇ ਜਿਹੜਾ 13 ਨੁਕਾਤੀ ਪ੍ਰੋਗਰਾਮ ਦਿੱਤਾ ਉਹਦੇ ਵਿੱਚ ਹਰੇਕ ਵਰਗ ਔਰ ਹਰੇਕ ਸੈਕਸ਼ਨ ਦਾ ਉਹਨਾਂ ਨੇ ਧਿਆਨ ਰੱਖਿਆ। ਤੋਂ ਮੈਂ ਸਮਝਦਾ ਵੀ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਤੇ ਖਰੀ ਉਤਰਨ ਵਾਲੀ ਪਾਰਟੀ ਹੈਗੀ ਆ ਉਹ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਇੱਕ ਸਿਧਾਂਤਿਕ ਸਮਝੌਤਾ ਹੋਇਆ ਉੱਤੇ ਹੁਣ ਹੋਰ ਵੱਡੇ ਤੌਰ ਤੇ ਮੁੱਖ ਤੌਰ ਤੇ ਮੋਹਰ ਲੱਗੀ ਆ ਕਿਉਂਕਿ ਜਿੰਨਾ ਵੀ ਸ਼ਡਿਊਲ ਕਾਸਟ ਵਰਗ ਹੈਗਾ ਉਹ ਆਪਣੇ ਆਪ ਨੂੰ ਬਹੁਤ ਅੱਜ ਉਤਸ਼ਾਹ ਦੇ ਨਾਲ ਭਰਿਆ ਮਹਿਸੂਸ ਕਰਦਾ ਔਰ ਬਹੁਤ ਜਲਦੀ ਉਹ ਚਾਹੁੰਦਾ ਵੀ ਇਲੈਕਸ਼ਨ ਫਾਈਟ ਹੋਵੇ ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਲੈ ਕੇ ਆਈਏ ਜਿਹੜੀ ਕਿ ਸਰਕਾਰ ਨਾਮ ਭਾਵੇਂ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਹੋਊਗਾ। ਇਹ ਹਰੇਕ ਉਸ ਵਰਗ ਨੂੰ ਨੁਮਾਇੰਦਗੀ ਦਊਗਾ ਉਸ ਵਰਗ ਦੀ ਗੱਲ ਕਰੂਗਾ ਜਿਹੜਾ ਲਤਾੜਿਆ ਹੋਇਆ ਜਿਹੜਾ ਮਜਬੂਰ ਹੋਵੇ ਤੇ ਜਿਹੜਾ ਕਰਮਚਾਰੀ ਵਰਗ ਹੈ ਕਿਸਾਨ ਵਰਗ ਹੈ ਉਹਨਾਂ ਦੇ ਲਈ ਇਹ ਕੰਮ ਕਰੇਗਾ। ਯੂਥ ਨੂੰ ਮੈਂ ਸਮਝਦਾ ਮਜ਼ਬੂਤੀ ਦੇਣ ਦੀ ਅੱਜ ਬਹੁਤ ਪ੍ਰਮੁੱਖਤਾ ਦੇ ਨਾਲ ਸਾਨੂੰ ਸਾਰਿਆਂ ਨੂੰ ਲੋੜ ਹੈ। ਯੂਥ ਅੱਜ ਕੀ ਮੰਗ ਰਿਹਾ ਅੱਜ ਪੜ੍ਹਿਆ ਲਿਖਿਆ ਬੱਚਾ ਸਾਡਾ ਜਿਹੜਾ ਆ ਵਿਦੇਸ਼ਾਂ ਵੱਲ ਨੂੰ ਦੌੜ ਰਿਹਾ ਹੈ। ਤੋ ਇਸ ਕਮੀ ਨੂੰ ਅਸੀਂ ਕਿੱਦਾਂ ਪੂਰਾ ਕਰ ਸਕਦੇ ਹਾਂ ਉਹਦੇ ਨਾਲ ਅਸੀਂ ਮਤਲਬ ਜਦੋਂ ਵੀ ਮੀਟਿੰਗਸ ਹੋਈਆਂ ਸਾਡੇ ਪ੍ਰਧਾਨ ਸਾਹਿਬ ਵੀ ਬਹੁਤ ਚਿੰਤਿਤ ਨੇ ਉਹ ਵੀ ਚਾਹੁੰਦੇ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਹੀ ਇੰਪਲੋਇਮੈਂਟ ਵੀ ਦਈਏ ਔਰ ਤੁਸੀਂ ਇੱਕ ਦੇਖੋ ਉਹਨਾਂ ਨੇ ਜਿਹੜੀ ਘੋਸ਼ਣਾਵਾਂ ਕੀਤੀਆਂ ਜਿਹੜੀਆਂ 13 ਨੁਕਾਤੀ ਪ੍ਰੋਗਰਾਮ ਵੀ ਦਿੱਤਾ ਉਹਦੇ ਵਿੱਚ ਵੀ ਨੌਜਵਾਨਾਂ ਨੂੰ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਅਗਾਂਹ ਵਧਣ ਦੇ ਲਈ 10 ਲੱਖ ਰੁਪਏ ਦਾ ਜਿਹੜਾ ਉਹਨਾਂ ਨੇ ਪ੍ਰਬੰਧ ਕੀਤਾ ਹੈਗਾ ਵਾ ਲੋਨ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਣ ਦੀ ਗੱਲ ਕੀਤੀ ਹੈ। ਉਹ ਮੈਂ ਸਮਝਦਾ ਕਿ ਉਹਦੇ ਨਾਲ ਕਾਫੀ ਹੱਦ ਤੱਕ ਬੱਚੇ ਜਿਹੜੇ ਪੜ੍ਹਨਗੇ ਵੀ ਔਰ ਬੱਚਿਆਂ ਨੂੰ ਨਸ਼ਿਆਂ ਤੋਂ ਅਸੀਂ ਬਾਹਰ ਕੱਢਣ ਦੇ ਲਈ ਇਹਦੇ ਲਈ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਕੰਮ ਕਰਨ ਦੀ ਲੋੜ ਹੈ। ਉਹਦੇ ਵਿੱਚ ਤੁਹਾਡਾ ਵੀ ਯੋਗਦਾਨ ਹੋਣਾ ਚਾਹੀਦਾ ਔਰ ਯੂਥ ਨੂੰ ਅੱਜ ਆਪਾਂ ਨੂੰ ਇੰਪਲੋਇਮੈਂਟ ਦੇਣ ਦੇ ਲਈ ਕੰਮ ਕਰਨਾ ਚਾਹੀਦਾ। ਤਾਂ ਮੈਨੂੰ ਆਸ ਔਰ ਉਮੀਦ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਵਾਹਦ ਐਸੀ ਪਾਰਟੀ ਹੈ ਜਿਹਨੇ ਜੋ ਕਿਹਾ ਉਹਨੇ ਕਰਕੇ ਦਿਖਾਇਆ। ਤੁਹਾਡੇ ਹਿਸਾਬ ਨਾਲ ਤੁਹਾਡੇ ਇਸ ਕੇਂਦਰੀ ਹਲਕੇ ਦੇ ਵਿੱਚ ਕਿਹੜੇ ਅਹਿਮ ਕੰਮ ਜਿਹੜੇ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰਾਉਣਾ ਚਾਹੋਗੇ ਕਿਹੜੇ ਕੰਮ ਐਸੇ ਨੇ ਜਿਨ੍ਹਾਂ ਨੂੰ ਤੁਸੀਂ ਦੇਖਦੇ ਆ ਕਿ ਜੇ ਤੁਸੀਂ ਜਿੱਤ ਕੇ ਆਉਂਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਕੰਮ ਆਪਣੇ ਹਲਕੇ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਹਲਕੇ ਦੇ ਵਿੱਚ ਜਿਹੜਾ ਨਸ਼ਾਖੋਰੀ ਹੈਗੀ ਹੈ ਇਹਦੇ ਤੇ ਅਸੀਂ ਲਗਾਮ ਕੱਸਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਕਈ ਵਿਧਵਾ ਹੋ ਗਈਆਂ ਕਈ ਸਾਡੀਆਂ ਮਾਵਾਂ ਨੇ ਆਪਣੇ ਪੁੱਤ ਗਵਾਲੇ ਆ ਨਸ਼ਿਆਂ ਦੇ ਵਿੱਚ ਇਹਨੂੰ ਆਪਾਂ ਨੱਥ ਪਾਈਏ ਕਿ ਇਹ ਵਾਹਦ ਤੁਸੀਂ ਦੇਖੋ ਵੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਾਵਨ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਮੈਂ ਇੱਕ ਹਫ਼ਤੇ ਦੇ ਵਿੱਚ ਨਸ਼ਾ ਜਿਹੜਾ ਆ ਜਦੋਂ ਸਾਡੀ ਸਰਕਾਰ ਆਊਗੀ ਤਾਂ ਖਤਮ ਕਰ ਦਿਆਂਗੇ ਤੇ ਅੱਜ 4.5 ਸਾਲ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਵੀ ਕਿੰਨੇ ਵੱਡੇ ਪੱਧਰ ਦੇ ਉੱਤੇ ਹਰ ਕੌਂਸਟੀਚੁਐਂਸੀ ਦੇ ਵਿੱਚ ਨਸ਼ਾ ਵਿਕ ਰਿਹਾ। ਤਾਂ ਇਹ ਕਹਿਣੀ ਔਰ ਕਰਨੀ ਦੇ ਵਿੱਚ ਜਿਹੜਾ ਫਰਕ ਹੈ ਇਹ ਜਦੋਂ ਸਾਡੀ ਸਰਕਾਰ ਆਊਗੀ ਤੁਹਾਨੂੰ ਨਜ਼ਰ ਆਊਗਾ। ਔਰ ਸੈਕੰਡ ਇਹ ਗੱਲ ਆ ਵੀ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣੀਆਂ ਚੰਗੀ ਐਜੂਕੇਸ਼ਨ ਦੇਣੀ ਔਰ ਬੱਚਿਆਂ ਦੇ ਲਈ ਜਿਹੜੀ ਇੰਪਲੋਇਮੈਂਟ ਜਨਰੇਟ ਕਰਨਾ ਸਾਡਾ ਪ੍ਰਮੁੱਖ ਏਜੰਡਾ ਰਹੂਗਾ। ਤੁਸੀਂ ਆਪਣੇ ਹਲਕੇ ਦੇ ਵਿੱਚ ਆਪਣਾ ਅਹਿਮ ਮੁਕਾਬਲਾ ਕਿਸ ਨਾਲ ਦੇਖਦੇ ਹੋ ਮਨੋਰੰਜਨ ਕਾਲੀਆ ਜਾਂ ਰਜਿੰਦਰ ਬੇਰੀ? ਮੇਰਾ ਜਿਹੜਾ ਅਹਿਮ ਮੁਕਾਬਲਾ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਤਾਂ ਇਸ ਗੱਲ ਤੇ ਹੈਗਾ ਕਿ ਅਸੀਂ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਕਿੱਦਾਂ ਖਰੇ ਉਤਰ ਸਕੀਏ ਔਰ ਕਿੱਦਾਂ ਅਸੀਂ ਜੋ ਮੈਂ ਕਹਾਂ ਉਹ ਪੂਰਾ ਕਰ ਸਕੀਏ। ਠੀਕ ਹੈ ਨਾ। ਸਭ ਤੋਂ ਪਹਿਲਾਂ ਕਿਉਂਕਿ ਲੋਕ ਜਿਹੜੇ ਹਰ 5 ਸਾਲ ਬਾਅਦ ਠੱਗਿਆ ਆਪਣੇ ਆਪ ਨੂੰ ਮਹਿਸੂਸ ਇਸ ਵਜ੍ਹਾ ਨਾਲ ਕਰਦੇ ਆ ਕਿਉਂਕਿ ਲੋਕੀ ਜਦੋਂ ਵਾਅਦੇ ਕਰਦੇ ਆ ਜਿੱਦਾਂ ਹੁਣ ਕੈਪਟਨ ਅਮਰਿੰਦਰ ਸਿੰਘ ਜੀ ਨੇ ਵਾਅਦੇ ਤਾਂ ਬਹੁਤ ਵੱਡੇ ਕੀਤੇ ਸੀ ਵੀ ਨੌਕਰੀਆਂ ਵੀ ਦਊਂਗਾ ਮੈਂ ਪੈਨਸ਼ਨਾਂ ਵੀ ਵਧਾ ਦੂੰਗਾ ਮੈਂ ਸਭ ਕੁਝ ਕਰੂੰਗਾ। ਹੋਇਆ ਕੀ ਆ ਗਰਾਊਂਡ ਤੇ ਜ਼ੀਰੋ। ਔਰ ਪਿਛਲੇ ਦਿਨ ਹੀ ਇਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਬਣੇ ਆ ਪੰਜਾਬ ਦੇ ਨਵਜੋਤ ਸਿੱਧੂ ਜੀ ਉਹ ਕਹਿੰਦੇ ਸਾਡੀ ਸਰਕਾਰ ਆਊਗੀ ਅਸੀਂ 3 ਰੁਪਏ ਯੂਨਿਟ ਜਿਹੜੀ ਬਿਜਲੀ ਦੇਵਾਂਗੇ। ਵੀ ਉਹਨਾਂ ਨੂੰ ਪੁੱਛਣ ਵਾਲਾ ਕੋਈ ਹੋਵੇ ਵੀ ਹੁਣ ਕਿਹਨਾਂ ਦੀ ਸਰਕਾਰ ਆ ਤੁਸੀਂ ਹੁਣ ਕਿਉਂ ਨਹੀਂ 3 ਰੁਪਏ ਕਰਦੇ। ਤੋ ਇਹ ਜਿਹੜੀਆਂ ਗੱਲਾਂ ਤੋਂ ਲੋਕ ਜਿਹੜੇ ਆ ਉਹ ਤੰਗ ਆਏ ਹੋਏ ਆ ਵੀ ਸਾਡੇ ਕੋਲ ਜਦੋਂ ਵੋਟਾਂ ਲੈਣ ਆਉਂਦੇ ਉਦੋਂ ਗੱਲਾਂ ਹੋਰ ਤਰ੍ਹਾਂ ਦੀਆਂ ਕਰਦੇ ਆ। ਔਰ ਇੱਥੇ ਫਰਕ ਜਿਹੜਾ ਮੈਂ ਵੱਡੇ ਤੌਰ ਤੇ ਮੁੱਖ ਤੌਰ ਤੇ ਜਿਹੜਾ ਮੈਂ ਦੇਖਦਾ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਜਿਹੜੀ ਸਰਕਾਰ ਆਉਣੀ ਹੈ ਉਹਦੇ ਵਿੱਚ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਕਿਉਂਕਿ ਪਿਛਲਾ ਵੀ ਜਿਹੜਾ ਸਾਡਾ ਐਕਸਪੀਰੀਅੰਸ ਆ ਸਾਡੇ ਕਈ ਬਜ਼ੁਰਗ ਐਸਾ ਖੁਆਬ ਆਪਣੀਆਂ ਅੱਖਾਂ ਦੇ ਵਿੱਚ ਲੈ ਕੇ ਚਲੇ ਗਏ ਕਿਉਂਕਿ ਜਿਹੜਾ ਪਾਵਨ ਵਾਲਮੀਕੀ ਤੀਰਥ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਣਿਆ ਉਹ ਬਹੁਤ ਵੱਡੀ ਦੇਣ ਜਿਹੜੀ ਹੈ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਉਹ ਸਾਡੀ ਇਸ ਸਮਾਜ ਨੂੰ ਹੈਗੀ ਆ। ਕਈ ਸਾਡੇ ਬਜ਼ੁਰਗ ਵਿਚਾਰੇ ਆਪਣੀਆਂ ਅੱਖਾਂ 'ਚੋਂ ਖਾਬ ਲੈ ਕੇ ਪੂਰੇ ਹੋ ਗਏ ਔਰ ਅਸੀਂ ਖੁਸ਼ਨਸੀਬ ਆਪਣੇ ਆਪ ਨੂੰ ਮੰਨਦੇ ਹਾਂ ਕਿ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਨੇ ਔਰ ਜੋ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਨੇ ਜੋ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਤੀਰਥ ਨੂੰ ਲੈ ਕੇ ਔਰ 350 ਕਰੋੜ ਰੁਪਈਆ ਲਗਾ ਕੇ ਉਹ ਤੀਰਥ ਅੱਜ ਤੁਹਾਡੀਆਂ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਆ। ਤੋ ਇਹੀ ਇੱਕ ਮੈਂ ਸਮਝਦਾ ਵਿਸ਼ਵਾਸ ਜਿਹੜਾ ਆ ਸਾਨੂੰ ਸਾਰਿਆਂ ਨੂੰ ਉਹਨਾਂ ਤੇ ਹੈ ਕਿ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਰਕੇ ਦਿਖਾਇਆ। ਜਦ ਕਿ ਪਿਛਲੀਆਂ ਸਰਕਾਰਾਂ ਨੇ
40 ਸਾਲ ਤੋਂ ਇਹ ਮੁੱਦੇ ਨੂੰ ਲਟਕਾਈ ਰੱਖਿਆ ਔਰ ਉਹਨਾਂ ਨੇ ਇਹ ਮੁੱਦੇ ਨੂੰ ਹੱਲ ਕੀਤਾ। ਤਾਂ ਸਾਨੂੰ ਅੱਗਿਓਂ ਵੀ ਆਸ ਹੈ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਦਾ ਜਿਹੜਾ ਸਿਧਾਂਤਿਕ ਸਮਝੌਤਾ ਹੋਇਆ, ਇਹਦੇ ਤਹਿਤ ਜਿਹੜੀ ਸਰਕਾਰ ਬਣਨੀ ਆ ਉਹ ਲੋਕਾਂ ਦੀ ਸਰਕਾਰ ਬਣੂਗੀ। ਅਖੀਰ ਦੇ ਵਿੱਚ ਆਪਣੇ ਹਲਕੇ ਦੇ ਜਨਤਾ ਨੂੰ ਤੇ ਖਾਸ ਕਰ ਜਿਹੜੇ ਰੁੱਸੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਔਰ ਖਾਸ ਕਰ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ? ਸਭ ਤੋਂ ਪਹਿਲਾਂ ਤਾਂ ਮੈਂ ਰੁੱਸਿਆਂ ਦੀ ਕੋਈ ਗੱਲ ਨਹੀਂ ਹੈ, ਮੇਰੇ ਨਾਲ ਤਾਂ ਕੋਈ ਨਹੀਂ ਰੁੱਸਿਆ। ਤੁਸੀਂ ਉਹਨਾਂ ਨੂੰ ਬੁਲਾ ਲਓ ਮੇਰੇ ਸਾਹਮਣੇ, ਮੈਂ ਉਹਨਾਂ ਸਾਹਮਣੇ ਚਲੇ ਜਾਵਾਂ, ਮੇਰੇ ਨਾਲ ਤਾਂ ਉਹਨਾਂ ਨੂੰ ਰੋਸ਼ ਕੋਈ ਨਹੀਂ ਹੈ। ਰੋਸ਼ ਤਾਂ ਉਹਨਾਂ ਨੂੰ ਸਾਡੇ ਹਾਈ ਕਮਾਨ ਤੇ ਆ ਵੀ ਉਹਨਾਂ ਨੂੰ ਲੱਗਦਾ ਸੀ ਵੀ ਸਾਡਾ ਹੱਕ ਹੈ। ਤਾਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਹਾਈ ਕਮਾਨ ਹੀ ਬੈਟਰ ਇਹਦਾ ਸੋਲੂਸ਼ਨ ਕੱਢੂਗਾ। ਔਰ ਉਹ ਸਾਰੇ ਲੋਕ, ਤਮਾਮ ਲੋਕ ਉਹ ਪਾਰਟੀ ਨੂੰ ਪਿਆਰ ਕਰਦੇ ਆ, ਪਾਰਟੀ ਦੇ ਹੱਕ 'ਚ ਹਮੇਸ਼ਾ ਨਿਤਰੇ ਆ ਤੇ ਹੁਣ ਵੀ ਉਹ ਪਾਰਟੀ ਦੇ ਹੱਕ ਦੇ ਲਈ ਅੱਗੇ ਹੋ ਕੇ ਲੜਨਗੇ। ਸੈਕੰਡ, ਜਿਹੜੀ ਗੱਲ ਤੁਸੀਂ ਕੀਤੀ ਆ ਵੀ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਅਸੀਂ ਕਿੱਦਾਂ ਵਿਚਰਾਂਗੇ, ਮੇਰਾ ਜਿਹੜਾ ਪ੍ਰਮੁੱਖ ਏਜੰਡਾ ਲੋਕਾਂ ਨੂੰ ਉਹਨਾਂ ਦੇ ਵਿਸ਼ਵਾਸ ਤੇ ਕਾਇਮ ਹੋਣਾ, ਮੈਂ ਸਮਝਦਾ ਮੇਰੇ ਲਈ ਬਹੁਤ ਵੱਡੀ ਚੁਣੌਤੀ ਹੈ। ਕਿਉਂਕਿ ਮੈਂ ਸਮਝਦਾ ਕਿ ਜੋ ਮੈਂ ਕਵਾਂ ਐਟਲੀਸਟ ਉਹਨੂੰ ਮੈਂ 50 ਸਾਲਾਂ ਬਾਅਦ ਵੀ ਤੁਹਾਡੇ ਚੈਨਲ ਦੇ ਰਾਹੀਂ ਵੀ ਤਾਂ ਉਹਨਾਂ ਲੋਕਾਂ ਦੀਆਂ ਵੀ ਅੱਖਾਂ 'ਚ ਅੱਖਾਂ ਪਾ ਕੇ ਮੈਂ ਗੱਲ ਕਵਾਂ ਭਾਈ ਮੈਂ ਆਹ ਚੀਜ਼ ਤੁਹਾਡੇ ਲਈ ਕਹੀ ਸੀ, ਉਹੀ ਕੀਤੀ ਆ। ਕੋਈ ਉਹਨਾਂ ਨੂੰ ਮੈਂ ਸਬਜ਼ ਬਾਗ ਨਹੀਂ ਦਿਖਾਉਣੇ ਕਿ ਮੈਂ ਇਹਨੂੰ ਬੈਲਜੀਅਮ ਬਣਾ ਦੂੰਗਾ, ਇਹਨੂੰ ਮੈਂ ਸਪੇਨ ਬਣਾ ਦੂੰਗਾ, ਇਹਨੂੰ ਮੈਂ ਸਿੰਗਾਪੁਰ ਬਣਾ ਦੂੰਗਾ। ਪਰ ਇਹ ਜ਼ਰੂਰ ਹੈ ਕਿ ਲੋਕਾਂ ਨੂੰ ਜਿਹੜੀਆਂ ਆਸਾਂ ਉਮੀਦਾਂ ਨਾਲ ਜੇ ਚੰਦਨ ਗਰੇਵਾਲ ਨੂੰ ਉਹ ਚੁਣਨਗੇ ਤਾਂ ਉਹਨਾਂ ਆਸਾਂ ਉਮੀਦਾਂ ਤੇ ਉਹਨਾਂ ਨੂੰ ਲੱਗੂਗਾ ਕਿ ਅਸੀਂ ਸਹੀ ਥਾਂ ਵੋਟ ਪਾਇਆ। ਸੋ ਇਹ ਸਨ ਸਾਡੇ ਨਾਲ ਜਲੰਧਰ ਕੇਂਦਰੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੰਦਨ ਗਰੇਵਾਲ ਜੀ, ਜਿਨ੍ਹਾਂ ਨੇ ਬਖੂਬੀ ਇਹ ਕਿਹਾ ਕਿ ਇਹਨਾਂ ਵਾਸਤੇ ਜਿਹੜੀ ਸਭ ਤੋਂ ਵੱਡੀ ਚੁਣੌਤੀ ਆ ਆਪਣੇ ਹਲਕੇ ਦੇ ਲੋਕਾਂ ਦਾ ਦਿਲ ਜਿੱਤਣਾ। ਔਰ ਇਸ ਦੇ ਨਾਲ ਹੀ ਹੁਣ ਵੇਖਣਾ ਇਹ ਹੋਵੇਗਾ ਕਿ ਜਿਹੜੇ ਬੀਤੇ ਦਿਨੀ ਤੋਂ ਜਦੋਂ ਤੋਂ ਇਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ, ਜਿਹੜੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਨਾਰਾਜ਼ ਨੇ, ਉਹ ਕੀ ਉਹਨਾਂ ਦੀ ਨਾਰਾਜ਼ਗੀ ਦੂਰ ਹੁੰਦੀ ਹੈ? ਜੇ ਨਾਰਾਜ਼ਗੀ ਦੂਰ ਹੁੰਦੀ ਹੈ ਤਾਂ ਕੀ ਜਿਹੜੇ ਚੰਦਨ ਗਰੇਵਾਲ ਨੇ ਆਪਣੇ ਜਲੰਧਰ ਕੇਂਦਰੀ ਹਲਕੇ ਦੀ ਜਨਤਾ ਦਾ ਦਿਲ ਜਿੱਤ ਪਾਉਂਦੇ ਨੇ ਜਾਂ ਨਹੀਂ? ਚਿਰਾਗ ਸ਼ਰਮਾ, ਅਜੀਤ ਵੈਬ ਟੀਵੀ, ਜਲੰਧਰ।